ਗੁਰ ਪੁੱਛ ਦੇਖਿਆ ਨਾਹੀਂ ਦਰ ਹੋਰ। ਮੈਂ ਆਪਣੇ ਗੁਰੂ ਜੀ ਨੂੰ ਪੁੱਛ ਕੇ ਦੇਖ ਲਿਆ ਹੈ ਕਿ ਉਸ ਪ੍ਰਭੂ ਜੀ ਤੋਂ ਬਿਨਾਂ ਸੁੱਖ ਦਾ ਹੋਰ ਕੋਈ ਟਿਕਾਣਾ ਨਹੀਂ ਹੈ ਜੀ। ਦੁੱਖ ਸੁੱਖ ਭਾਣੈ ਤਿਸੈ ਰਜਾਏ। ਜੀਵਾਂ ਨੂੰ ਦੁੱਖ ਤੇ ਸੁੱਖ ਉਸ ਪ੍ਰਭੂ ਜੀ ਦੀ ਰਜਾ ਵਿੱਚ ਹੀ, ਉਸ ਪ੍ਰਭੂ ਜੀ ਦੇ ਭਾਣੇ ਵਿੱਚ ਹੀ ਮਿਲਦਾ ਹੈ ਜੀ। ਨਾਨਕ ਨੀਚ ਕਹੇ ਲਿਵ ਲਾਏ। ਜੋ ਇਨਸਾਨ ਅਜਾਣ ਮਤ ਨਾਲ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਪ੍ਰਭੂ ਜੀ ਦੀ ਸਿਫਤ ਸਲਾਹ ਹੀ ਕਰਦਾ ਹੈ, ਇਸੇ ਵਿੱਚ ਹੀ ਸੁੱਖ ਹੈ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਦੂਜੀ ਮਾਇਆ ਜਗਤ ਚਿਤ ਵਾਸ। ਪਰਮਾਤਮਾ ਜੀ ਤੋਂ ਬਿਥ ਪਾਉਣ ਵਾਲੀ ਪਰਮਾਤਮਾ ਦੀ ਮਾਇਆ ਹੀ ਹੈ ਜਿਸ ਨੇ ਜਗਤ ਦੇ ਜੀਵਾਂ ਦੇ ਮਨਾਂ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ ਜੀ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਇਸ ਮਾਇਆ ਤੋਂ ਪੈਦਾ ਹੋਏ ਕਾਮ ਕ੍ਰੋਧ ਅਹੰਕਾਰ ਆਦਿਕ ਵਿਕਾਰ ਜੀਵਾਂ ਦੇ ਆਤਮਿਕ ਜੀਵਨ ਦਾ ਨਾਸ਼ ਕਰ ਦਿੰਦੇ ਹਨ ਜੀ। ਦੂਜਾ ਕੌਣ ਕਹਾਂ ਨਹੀਂ ਕੋਈ। ਕਿਤੇ ਵੀ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਜੀ ਤੋਂ ਵੱਖਰਾ ਵੱਖਰੀ ਹੋਂਦ ਵਾਲਾ ਮੈਂ ਕੋਈ ਵੀ ਦੱਸ ਨਹੀਂ ਸਕਦਾ ਜੀ। ਸਭ ਮੈਂ ਏਕ ਨਿਰੰਜਨ ਸੋਈ ਰਹਾਉ। ਸਾਰੇ ਜੀਵਾਂ ਵਿੱਚ ਇੱਕ ਉਹੀ ਪਰਮਾਤਮਾ ਜੀ ਵਸ ਰਿਹਾ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਜੀ। ਦੂਜੀ ਦੁਰਮਤ ਆਖੈ ਦੋਇ। ਪਰਮਾਤਮਾ ਜੀ ਤੋਂ ਬਿਨਾਂ ਪੈਦਾ ਕਰਨ ਵਾਲੀ ਮਾਇਆ ਦੇ ਕਾਰਨ ਹੀ ਮਨੁੱਖ ਦੀ ਭੈੜੀ ਮੱਤ ਮਨੁੱਖ ਨੂੰ ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ ਜੀ। ਆਵੈ ਜਾਏ ਮਰ ਦੂਜਾ ਹੋਏ। ਇਸ ਦੁਰਮਤ ਦੇ ਅਸਰ ਹੇਠ ਜੀਵ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਇਸ ਤਰ੍ਹਾਂ ਆਤਮਿਕ ਮੌਤੇ ਮਰ ਕੇ ਪਰਮਾਤਮਾ ਤੋਂ ਬਿਥ ਤੇ ਹੋ ਜਾਂਦਾ ਹੈ ਜੀ। ਧਰਨ ਗਗਨ ਨਹਿ ਦੇਖੋ ਦੋਏ। ਪਰ ਮੈਂ ਤਾਂ ਧਰਤੀ ਆਕਾਸ਼ ਵਿੱਚ ਕਿਤੇ ਵੀ ਪਰਮਾਤਮਾ ਜੀ ਤੋਂ ਬਿਨਾਂ ਕੋਈ ਹੋਰ ਹਸਤੀ ਨਹੀਂ ਦੇਖਦਾ ਜੀ। ਨਾਰੀ ਪੁਰਖ ਸਵਾਈ ਲੋਏ। ਇਸਤਰੀ ਪੁਰਖ ਵਿੱਚ ਸਾਰੀ ਹੀ ਸ੍ਰਿਸ਼ਟੀ ਵਿੱਚ ਪਰਮਾਤਮਾ ਨੂੰ ਹੀ ਦੇਖਦਾ ਹਾਂ ਜੀ। ਰਬ ਸੱਸ ਦੇਖੋ ਦੀਪਕ ਉਜਿਆਲਾ। ਮੈਂ ਸੂਰਜ ਚੰਦਰਮਾ ਇਹਨਾਂ ਸ੍ਰਿਸ਼ਟੀ ਦੇ ਦੀਵਿਆਂ ਦਾ ਚਾਨਣ ਤੱਕਦਾ ਹਾਂ ਜੀ। ਸਰਬ ਨਿਰੰਤਰ ਪ੍ਰੀਤਮ ਬਾਲਾ। ਸਾਰਿਆਂ ਦੇ ਅੰਦਰ ਇੱਕ ਰਸ ਮੈਨੂੰ ਸਦਾ ਜਵਾਨ ਪ੍ਰੀਤਮ ਪ੍ਰਭੂ ਹੀ ਦਿਸ ਰਿਹਾ ਹੈ ਜੀ। ਕਰ ਕਿਰਪਾ ਮੇਰਾ ਚਿੱਤ ਲਾਇਆ। ਸਤਿਗੁਰੂ ਜੀ ਨੇ ਮਿਹਰ ਕਰਕੇ ਮੇਰਾ ਚਿੱਤ ਪ੍ਰਭੂ ਚਰਨਾਂ ਵਿੱਚ ਜੋੜ ਦਿੱਤਾ ਹੈ ਜੀ। ਸਤਿਗੁਰ ਮੌਕਾ ਏਕ ਬੁਝਾਇਆ ਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇੱਕ ਪਰਮਾਤਮਾ ਹੀ ਵਸ ਰਿਹਾ ਹੈ ਜੀ। ਏਕ ਨਿਰੰਜਨ ਗੁਰਮੁਖ ਜਾਤਾ। ਜਿਹੜਾ ਮਨੁੱਖ ਗੁਰੂ ਜੀ ਦੇ ਸਨਮੁਖ ਹੁੰਦਾ ਹੈ ਉਹ ਇਹ ਜਾਣ ਲੈਂਦਾ ਹੈ ਕਿ ਇੱਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ ਜੀ। ਦੂਜਾ ਮਾਰ ਸ਼ਬਦ ਪਛਾਤਾ। ਅਤੇ ਉਹ ਗੁਰ ਸ਼ਬਦ ਦੀ ਬਰਕਤ ਨਾਲ ਆਪਣੇ ਅੰਦਰੋਂ ਪਰਮਾਤਮਾ ਨਾਲੋਂ ਬਖੇਵਾ ਮੁਕਾ ਕੇ ਪਰਮਾਤਮਾ ਦੀ ਹੋਂਦ ਨੂੰ ਪਛਾਣ ਲੈਂਦਾ ਹੈ ਜੀ। ਇੱਕੋ ਹੁਕਮ ਵਰਤੈ ਸਭ ਲੋਈ। ਸਾਰੀ ਸ੍ਰਿਸ਼ਟੀ ਵਿੱਚ ਸਿਰਫ ਪਰਮਾਤਮਾ ਜੀ ਦਾ ਹੀ ਹੁਕਮ ਚੱਲ ਰਿਹਾ ਹੈ ਜੀ। ਏਕਸ ਤੇ ਸਭ ਉਪਤ ਹੋਈ। ਇੱਕ ਪਰਮਾਤਮਾ ਜੀ ਤੋਂ ਹੀ ਸਾਰੀ ਉਤਪਤੀ ਹੋਈ ਹੈ ਜੀ। ਰਾਹ ਦੋਵੇਂ ਖਸਮ ਏਕੋ ਜਾਣ। ਇੱਕ ਪ੍ਰਭੂ ਜੀ ਤੋਂ ਹੀ ਸਾਰੀ ਉਤਪਤੀ ਹੋਣ ਤੇ ਵੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿੱਚ ਦੋਵੇਂ ਰਸਤੇ ਚੱਲ ਪੈਂਦੇ ਹਨ, ਗੁਰਮੁਖਤਾ ਅਤੇ ਦੁਰਮਤ। ਪਰ ਸਭ ਵਿੱਚ ਇੱਕ ਪਰਮਾਤਮਾ ਨੂੰ ਹੀ ਵਰਤਦਾ ਜਾਣ ਜੀ। ਗੁਰ ਕਾ ਸ਼ਬਦ ਹੁਕਮ ਪਛਾਣ। ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਸਾਰੇ ਜਗਤ ਵਿੱਚ ਪਰਮਾਤਮਾ ਦਾ ਹੀ ਹੁਕਮ ਚੱਲਦਾ ਪਛਾਣ ਜੀ। ਸਗਲ ਰੂਪ ਵਰਨ ਮਨ ਮਾਹੀ। ਜੋ ਸਾਰੇ ਰੂਪਾਂ ਵਿੱਚ, ਸਾਰੇ ਵਰਨਾਂ ਵਿੱਚ ਤੇ ਸਾਰੇ ਜੀਵਾਂ ਦੇ ਮਨਾਂ ਵਿੱਚ ਵਿਆਪਕ ਹੈ ਜੀ। ਕਹੋ ਨਾਨਕ ਏਕੋ ਸਾਲਾਹੀ। ਹੇ ਨਾਨਕ, ਮੈਂ ਉਸ ਇੱਕ ਪਰਮਾਤਮਾ ਜੀ ਦੀ ਹੀ ਸਿਫਤ ਸਲਾਹ ਕਰਦਾ ਹਾਂ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਅਦੇ ਆਤਮ ਕਰਮ ਕਰੇ ਤਾਂ ਸਾਚਾ। ਜਦੋਂ ਮਨੁੱਖ ਆਤਮਿਕ ਜੀਵਨ ਨੂੰ ਉੱਚਾ ਕਰਨ ਵਾਲੇ
ਕਰਮ ਕਰਦਾ ਹੈ ਤਦੋਂ ਹੀ ਸੱਚਾ ਜੋਗੀ ਹੈ ਜੀ। ਮੁਕਤ ਭੇਦ ਕਿਆ ਜਾਣੈ ਕਾਚਾ, ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ ਉਹ ਵਿਕਾਰਾਂ ਤੋਂ ਖਲਾਸੀ ਹਾਸਲ ਕਰਨ ਦੇ ਭੇਤ ਨੂੰ ਕੀ ਜਾਣ ਸਕਦਾ ਹੈ ਜੀ। ਐਸਾ ਜੋਗੀ ਜੁਗਤ ਵਿਚਾਰੇ, ਅਜਿਹਾ ਬੰਦਾ ਜੋਗੀ ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ ਜੁਗਤ ਸਮਝਦਾ ਹੈ ਜੀ। ਪੰਚ ਮਾਰ ਸਾਚ ਉਰ ਧਾਰੈ ਰਹਾਓ, ਉਹ ਜੀਵਨ ਜੁਗਤ ਇਹ ਹੈ ਕਿ ਕਾਮਾਦਾਇਕ ਪੰਜਾਂ ਵਿਕਾਰਾਂ ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਜੀ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ ਜੀ। ਜਿਸ ਕੈ ਅੰਤਰ ਸਾਚ ਵਸਾਵੈ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ ਥਿਰ ਨਾਮ ਵਸਾਉਂਦਾ ਹੈ ਜੀ। ਜੋਗ ਜੁਗਤ ਕੀ ਕੀਮਤ ਪਾਵੈ, ਉਹ ਮਨੁੱਖ ਪ੍ਰਭੂ ਮਿਲਾਪ ਦੀ ਜੁਗਤ ਦੀ ਕਦਰ ਸਮਝਦਾ ਹੈ ਜੀ। ਰਬ ਸਸ ਏਕੋ ਗ੍ਰਹਿ ਉਦਿਆਨੈ, ਤਪਸ਼ ਠੰਡ ਭਾਵ ਕਿਸੇ ਵੱਲੋਂ ਖਰਬਾ ਸਲੂਕ ਤੇ ਕਿਸੇ ਵੱਲੋਂ ਨਿੱਘਾ ਸਲੂਕ। ਘਰ ਜੰਗਲ ਭਾਵ ਘਰ ਵਿੱਚ ਰਹਿੰਦਿਆਂ ਨਿਰਵੋ ਰਵਾਈਆਂ ਉਸ ਨੂੰ ਇੱਕ ਸਮਾਨ ਦਿਸਦੇ ਹਨ ਜੀ। ਕਰਨੀ ਕੀਰਤ ਕਰਮ ਸਮਾਨੈ, ਪਰਮਾਤਮਾ ਜੀ ਦੀ ਸਿਫਤ ਸਲਾਹ ਰੂਪ ਕਰਨੀ ਉਸ ਦਾ ਸਮਾਨ ਸਾਧਾਰਨ ਕਰਮ ਹਨ, ਭਾਵ ਸੁੱਤੇ ਹੀ ਉਹ ਸਿਫਤ ਸਲਾਹ ਵਿੱਚ ਜੁੜਿਆ ਰਹਿੰਦਾ ਹੈ ਜੀ। ਏਕ ਸ਼ਬਦ ਇੱਕ ਭਿੱਖਿਆ ਮੰਗੈ, ਦਰਦਾਂ ਤੋਂ ਰੋਟੀਆਂ ਮੰਗਣ ਦੇ ਥਾਂ ਉਹ ਜੋਗੀ ਗੁਰੂ ਜੀ ਦੇ ਦਰ ਤੋਂ ਪਰਮਾਤਮਾ ਜੀ ਦੀ ਸਿਫਤ ਸਲਾਹ ਦੀ ਬਾਣੀ ਦਾ ਖੈਰ ਮੰਗਦਾ ਹੈ ਜੀ। ਗਿਆਨ ਧਿਆਨ ਜੁਗਤ ਸੱਚ ਜਾਗੈ, ਉਸਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ, ਉਸਦੀ ਉੱਚੀ ਸੁਰਤ ਜਾਗ ਪੈਂਦੀ ਹੈ, ਉਸਦੇ ਅੰਦਰ ਸਿਮਰਨ ਰੂਪ ਜੁਗਤ ਜਾਗ ਪੈਂਦੀ ਹੈ ਜੀ। ਪੈਰ ਰਚ ਰਹੇ ਨਾ ਬਾਹਰ ਜਾਏ, ਉਹ ਜੋਗੀ ਸਦਾ ਪ੍ਰਭੂ ਜੀ ਦੇ ਡਰ ਅਦਬ ਵਿੱਚ ਲੀਨ ਰਹਿੰਦਾ ਹੈ, ਇਸ ਡਰ ਤੋਂ ਬਾਹਰ ਨਹੀਂ ਜਾਂਦਾ ਜੀ। ਕੀਮਤ ਕੌਣ ਰਹੇ ਲਿਵਲਾਏ, ਅਜਿਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ। ਉਹ ਸਦਾ ਪ੍ਰਭੂ ਜੀ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਜੀ। ਆਪੇ ਮੇਲੇ ਭਰਮ ਚੁਕਾਏ, ਉਹ ਜੋਗ ਸਾਧਨਾ ਦੇ ਹੱਠ ਕੁਝ ਨਹੀਂ ਸਵਾਰ ਸਕਦੇ, ਪ੍ਰਭੂ ਜੀ ਆਪ ਹੀ ਆਪਣੇ ਨਾਲ ਮਿਲਾਉਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਉਂਦਾ ਹੈ ਜੀ। ਗੁਰਪ੍ਰਸਾਦ ਪਰਮ ਪਦ ਪਾਏ, ਗੁਰੂ ਜੀ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰਦਾ ਹੈ ਜੀ। ਗੁਰ ਕੀ ਸੇਵਾ ਸ਼ਬਦ ਵਿਚਾਰ, ਅਸਲ ਜੋਗੀ ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਜੀ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਉਂਦਾ ਹੈ ਜੀ। ਹਉਮੈ ਮਾਰੇ ਕਰਨੀ ਸਾਰ, ਹਉਮੈ ਨੂੰ ਆਪਣੇ ਅੰਦਰੋਂ ਮਾਰਦਾ ਹੈ, ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਨੀ। ਜਪ ਤਪ ਸੰਜਮ ਪਾਠ ਪੁਰਾਣ, ਉਸ ਜੋਗੀ ਦੇ ਜਪ ਤਪ ਸੰਜਮ ਤੇ ਪਾਠ ਪੁਰਾਣ ਆਦਿਕ ਧਰਮ ਪੁਸਤਕ ਇਹੀ ਹੈ ਜੀ। ਕਹੋ ਨਾਨਕ ਅਪਰੰਪਰ ਮਾਨ, ਹੇ ਨਾਨਕ ਉਸ ਬੇਅੰਤ ਪ੍ਰਭੂ ਦੀ ਸਿਫਤ ਸਲਾਹ ਵਿੱਚ ਆਪਣੇ ਆਪ ਨੂੰ ਗਿਝਾਣਾ ਹੈ ਜੀ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਪਾਵਨ ਪਵਿੱਤਰ ਬਾਣੀ ਹੈ ਜੀ। ਖਿਮਾ ਗਹੀ ਬ੍ਰਤ ਸੀਲ ਸੰਤੋਖੰਗ, ਉਹ ਜੋਗੀ ਗ੍ਰਸਥ ਵਿੱਚ ਰਹਿ ਕੇ ਹੀ ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਬਣਾਉਂਦਾ ਹੈ। ਮਿੱਠਾ ਸੁਭਾਅ ਤੇ ਸੰਤੋਖ ਉਸਦਾ ਨਿੱਤ ਦਾ ਕਰਮ ਹੈ ਜੀ। ਰੋਗ ਨਾ ਵਿਆਪੈ ਨਾ ਜਮ ਦੋਖੰਗ, ਅਜਿਹੇ ਅਸਲ ਜੋਗੀ ਉੱਤੇ ਕਾਮਾਦਾਇਕ ਕੋਈ ਰੋਗ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਵੀ ਡਰ ਨਹੀਂ ਹੁੰਦਾ ਜੀ। ਮੁਕਤ ਭਏ ਪ੍ਰਭ ਰੂਪ ਨਾ ਰੇਖੰਗ, ਅਜਿਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ ਕਿਉਂਕਿ ਉਹ ਰੂਪ ਰੇਖ ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਜੀ। ਜੋਗੀ ਕਉ ਕੈਸਾ ਡਰ ਹੋਏ, ਅਸਲ ਜੋਗੀ ਨੂੰ ਮਾਇਆ ਦੇ ਸੂਰਮੇ ਕਾਮਾਦਾਇਕ ਦੇ ਹੱਲਿਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ ਜਿਸ ਤੋਂ ਘਬਰਾ ਕੇ ਉਹ ਗ੍ਰਸਥ ਛੱਡ ਕੇ ਨੱਸ ਜਾਏ ਜੀ। ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਓ, ਉਸ ਨੂੰ ਰੁੱਖ ਬਿਰਖ ਵਿੱਚ, ਘਰ ਵਿੱਚ, ਬਾਹਰ ਜੰਗਲ ਆਦਿਕ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀ ਆਉਂਦਾ ਹੈ ਜੀ। ਨਿਰਭਉ ਜੋਗੀ ਨਿਰੰਜਨ ਧਿਆਵੈ, ਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਆਉਂਦਾ, ਉਸ ਨੂੰ ਜਿਹੜਾ ਮਨੁੱਖ ਸਿਮਰਦਾ ਹੈ ਉਹ ਹੈ ਅਸਲ ਜੋਗੀ। ਉਹ ਵੀ ਮਾਇਆ ਦੇ ਹੱਲਿਆਂ ਤੋਂ ਡਰਦਾ ਨਹੀਂ, ਉਸ ਨੂੰ ਕਿਉਂ ਲੋੜ ਪਏ ਗ੍ਰਸਥ ਤੋਂ ਭੱਜਣ ਦੀ ਜੀ। ਅੰਦਨ ਜਾਗੈ ਸੱਚ ਲਿਵ ਲਾਵੈ, ਉਹ ਤਾਂ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਕਿਉਂਕਿ ਉਹ ਸਦਾ ਥਿਰ ਪ੍ਰਭੂ ਵਿੱਚ ਸੁਰਤ ਜੋੜੀ ਰੱਖਦਾ ਹੈ ਜੀ। ਸੋ ਜੋਗੀ ਮੇਰੇ ਮਨ ਭਾਵੈ, ਮੇਰੇ ਮਨ ਵਿੱਚ ਉਹ ਜੋਗੀ ਪਿਆਰਾ ਲੱਗਦਾ ਹੈ, ਉਹੀ ਹੈ ਅਸਲ ਜੋਗੀ ਜੀ।
ਕਾਲ ਜਾਲ ਬ੍ਰਹਮ ਅਗਨੀ ਜਾਰੈ। ਉਹ ਜੋਗੀ ਆਪਣੇ ਅੰਦਰ ਪ੍ਰਗਟ ਹੋਏ ਬ੍ਰਹਮ ਦੇ ਤੇਜ ਦੀ ਅੱਗ ਨਾਲ ਮੌਤ ਦੇ ਡਰ ਨੂੰ, ਜਾਲ ਨੂੰ, ਜਿਸ ਦੇ ਸਹਿਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ, ਸੋ ਸਾੜ ਦਿੰਦਾ ਹੈ ਜੀ। ਜਰਾ ਮਰਨ ਗਤ ਗਰਭ ਨਿਵਾਰੇ। ਉਹ ਜੋਗੀ ਦਾ ਬੁਢੇਪੇ ਦਾ ਡਰ, ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ। ਉਹ ਜੋਗੀ ਆਪਣੇ ਅੰਦਰੋਂ ਹੰਕਾਰ ਦੂਰ ਕਰ ਲੈਂਦਾ ਹੈ ਜੀ। ਆਪ ਤਰੈ ਪਿਤਰੀ ਨਿਸਤਾਰੈ। ਉਹ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਜੀ। ਸਤਿਗੁਰ ਸੇਵੈ ਸੋ ਜੋਗੀ ਹੋਏ। ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ, ਉਹ ਅਸਲ ਜੋਗੀ ਬਣਦਾ ਹੈ ਜੀ। ਭੈ ਰਚ ਰਹੇ ਸੋ ਨਿਰਭਉ ਹੋਏ। ਉਹ ਪਰਮਾਤਮਾ ਦੇ ਡਰ ਅਦਬ ਵਿੱਚ ਜੀਵਨ ਪੰਧ 'ਤੇ ਤੁਰਦਾ ਹੈ। ਉਹ ਕਾਮਾਂ ਦਾ ਇੱਕ ਵਿਕਾਰਾਂ ਦੇ ਹੱਲਿਆਂ ਤੋਂ ਨਿਡਰ ਰਹਿੰਦਾ ਹੈ ਜੀ। ਜੈਸਾ ਸੇਵੈ ਤੈਸੋ ਹੋਏ। ਕਿਉਂਕਿ ਇਹ ਇੱਕ ਅਸੂਲ ਦੀ ਗੱਲ ਹੈ ਕਿ ਮਨੁੱਖ ਜਿਹੋ ਜਿਹੇ ਦੀ ਸੇਵਾ ਭਗਤੀ ਕਰਦਾ ਹੈ, ਉਹੋ ਜਿਹਾ ਆਪ ਬਣ ਜਾਂਦਾ ਹੈ। ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ ਜੀ। ਨਰ ਨਿਹ ਕੇਵਲ ਨਿਰਭਉ ਨਾਉ। ਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ ਮਾਇਆ ਦੇ ਹੱਲਿਆਂ ਵੱਲੋਂ ਨਿਰਭਉ ਹੋ ਕੇ ਬਾਸ਼ਨਾ ਰਹਿਤ ਸ਼ੁੱਧ ਹੋ ਜਾਂਦਾ ਹੈ ਜੀ। ਅਨਾਥਾਂ ਨਾਥ ਕਰੇ ਬਲ ਜਾਓ। ਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦਿੰਦਾ ਹੈ। ਉਹ ਹੈ ਅਸਲ ਜੋਗੀ, ਤੇ ਅਜਿਹੇ ਜੋਗੀ ਤੋਂ ਮੈਂ ਕੁਰਬਾਨ ਹਾਂ ਜੀ। ਪੁਨਰਪ ਜਨਮ ਨਾਹੀ ਗੁਣ ਗਾਓ। ਉਸਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ। ਉਹ ਸਦਾ ਪ੍ਰਭੂ ਜੀ ਦੀ ਸਿਫਤ ਸਲਾਹ ਕਰਦਾ ਹੈ ਜੀ। ਅੰਤਰ ਬਾਹਰ ਏਕੋ ਜਾਣੈ। ਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿੱਚ ਇੱਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ ਜੀ। ਗੁਰ ਕੈ ਸ਼ਬਦੇ ਆਪ ਪਛਾਣੈ। ਗੁਰੂ ਜੀ ਦੇ ਸ਼ਬਦ ਵਿੱਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ ਜੀ। ਸੱਚੈ ਸ਼ਬਦ ਦਰ ਨਿਸ਼ਾਨੈ। ਗੁਰੂ ਜੀ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਉਹ ਜੋਗੀ ਪਰਮਾਤਮਾ ਜੀ ਦੇ ਦਰ ਤੇ ਸਿਫਤ ਸਲਾਹ ਦੀ ਰਾਹਦਾਰੀ ਲੈ ਕੇ ਜਾਂਦਾ ਹੈ ਜੀ। ਸ਼ਬਦ ਮਰੈ ਤਿਸ ਨਿਜ ਘਰ ਵਾਸਾ। ਜਿਹੜਾ ਮਨੁੱਖ ਗੁਰੂ ਜੀ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਵੱਲੋਂ ਮਰਦਾ ਹੈ, ਉਹ ਹੈ ਅਸਲ ਜੋਗੀ, ਤੇ ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿੱਚ ਰਹਿੰਦਾ ਹੈ ਜੀ। ਆਵੇ ਨਾ ਜਾਵੇ ਚੁਕੈ ਆਸਾ। ਉਸ ਦੀ ਆਸਾ ਤ੍ਰਿਸ਼ਨਾ ਮੁੱਕ ਜਾਂਦੀ ਹੈ। ਉਹ ਭਟਕਣਾ ਵਿੱਚ ਨਹੀਂ ਪੈਂਦਾ ਜੀ। ਗੁਰ ਕਾ ਸ਼ਬਦ ਕਮਲ ਪ੍ਰਗਾਸਾ। ਗੁਰੂ ਜੀ ਦੇ ਸ਼ਬਦ ਵਿੱਚ ਜੁੜਿਆਂ ਉਸ ਦਾ ਹਿਰਦਾ ਕੌਲ ਸਦਾ ਖਿੜਿਆ ਰਹਿੰਦਾ ਹੈ ਜੀ। ਜੋ ਦਿਸੈ ਸੋ ਆਸ ਨਿਰਾਸਾ। ਜਗਤ ਵਿੱਚ ਜੋ ਵੀ ਦਿਸਦਾ ਹੈ ਉਹ ਢੱਠੀਆਂ ਹੋਈਆਂ ਆਸਾਂ ਵਾਲਾ ਹੀ ਦਿਸਦਾ ਹੈ। ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ ਜੀ। ਕਾਮ ਕ੍ਰੋਧ ਬਿਕ ਭੂਖ ਪਿਆਸਾ। ਹਰੇਕ ਨੂੰ ਕਾਮ ਦਾ ਜ਼ਹਿਰ, ਕ੍ਰੋਧ ਦਾ ਜ਼ਹਿਰ ਮਾਰਦਾ ਜਾ ਰਿਹਾ ਹੈ। ਹਰੇਕ ਨੂੰ ਮਾਇਆ ਦੀ ਭੁੱਖ, ਮਾਇਆ ਦੀ ਤ੍ਰੇਹ ਲੱਗੀ ਹੋਈ ਹੈ ਜੀ। ਨਾਨਕ ਬਿਰਲੇ ਮਿਲੇ ਉਦਾਸਾ। ਹੇ ਨਾਨਕ, ਜਗਤ ਵਿੱਚ ਬੜੇ ਬਿਰਲੇ ਐਸੇ ਬੰਦੇ ਮਿਲਦੇ ਹਨ ਜੋ ਆਸਾਂ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ, ਤੇ ਉਹੀ ਹਨ ਅਸਲ ਜੋਗੀ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਇਹ ਪਵਿੱਤਰ ਬਾਣੀ ਹੈ ਜੀ। ਐਸੋ ਦਾਸ ਮਿਲੇ ਸੁਖ ਹੋਈ। ਪਰਮਾਤਮਾ ਜੀ ਦਾ ਇਹੋ ਜਿਹਾ ਦਾਸ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ, ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਜੀ। ਦੁੱਖ ਬਿਸਰੈ ਪਾਵੇ ਸਚ ਸੋਈ। ਉਹ ਮਨੁੱਖ ਸਦਾ ਥਿਰ ਪ੍ਰਭੂ ਜੀ ਦੀ ਪ੍ਰਾਪਤੀ ਕਰ ਲੈਂਦਾ ਹੈ। ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ਜੀ। ਦਰਸ਼ਨ ਦੇਖ ਭਈ ਮਤ ਪੂਰੀ। ਹਰੀ ਦੇ ਦਾਸ ਗੁਰੂ ਜੀ ਦਾ ਦਰਸ਼ਨ ਕਰਕੇ ਮਨੁੱਖ ਦੀ ਅਕਲ ਪੂਰੀ, ਸੂਝ ਵਾਲੀ ਹੋ ਜਾਂਦੀ ਹੈ ਜੀ। 68 ਮੱਜਨ ਚਰਨ ਹੈ ਧੂਰੀ। ਰਹਾਉ ਗੁਰੂ ਜੀ ਦੇ ਚਰਨਾਂ ਦੀ ਧੂੜ ਹੀ 68 ਤੀਰਥਾਂ ਦਾ ਇਸ਼ਨਾਨ ਹੈ ਜੀ। ਨੇਤਰ ਸੰਤੋਖੇ ਏਕ ਲਿਵਤਾਰਾ। ਉਸ ਦੀਆਂ ਅੱਖਾਂ ਪਰਾਇਆ ਰੂਪ ਤੱਕਣ ਵੱਲੋਂ ਰੱਜ ਜਾਂਦੀਆਂ ਹਨ। ਉਸ ਦੀ ਸੁਰਤ ਦੀ ਤਾਰ ਇੱਕ ਪਰਮਾਤਮਾ ਜੀ ਵਿੱਚ ਰਹਿੰਦੀ ਹੈ ਜੀ। ਜੀਵਾ ਸੂਚੀ ਹਰ ਰਸ ਸਾਰਾ। ਪਰਮਾਤਮਾ ਜੀ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿੱਤਰ ਹੋ ਜਾਂਦੀ ਹੈ ਜੀ। ਸੱਚ ਕਰਨੀ ਅਬ ਅੰਤਰ ਸੇਵਾ।
ਪਰਮਾਤਮਾ ਜੀ ਦਾ ਅਜਿਹਾ ਦਾਸ ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ, ਪ੍ਰਭੂ ਜੀ ਦਾ ਸਿਮਰਨ ਉਸ ਦੀ ਨਿੱਤ ਦੀ ਕਰਨੀ ਬਣ ਜਾਂਦਾ ਹੈ ਜੀ। ਮਨ ਤ੍ਰਿਪਤਾਸਿਆ ਅਲਖ ਭੇਵਾ, ਅਲਖ ਤੇ ਅਭੇਵ ਪਰਮਾਤਮਾ ਜੀ ਦੀ ਆਪਣੇ ਅੰਦਰ ਸੇਵਾ ਭਗਤੀ ਕਰਕੇ ਉਸ ਦਾ ਮਨ ਮਾਇਆ ਵੱਲੋਂ ਤ੍ਰਿਪਤ ਹੋ ਜਾਂਦਾ ਹੈ ਜੀ। ਜੈ ਜੈ ਦੇਖੋ ਤੈ ਤੈ ਸਾਚਾ। ਉਸ ਗੁਰੂ ਜੀ ਦੇ ਦੀਦਾਰ ਦੀ ਬਰਕਤ ਨਾਲ ਹੀ ਮੈਂ ਜਿੱਧਰ ਤੱਕਦਾ ਹਾਂ ਉੱਧਰ ਮੈਨੂੰ ਸਦਾ ਥਿਰ ਪ੍ਰਭੂ ਜੀ ਦਿਸਦਾ ਹੈ ਜੀ। ਬਿਨ ਬੂਝੇ ਝਗਰਤ ਜਗ ਕਾਚਾ। ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ਜੀ। ਗੁਰ ਸਮਝਾਵੈ ਸੋਝੀ ਹੋਈ। ਇਹ ਸਮਝ ਕੇ ਪਰਮਾਤਮਾ ਹਰ ਥਾਂ ਮੌਜੂਦ ਹੈ, ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ ਜੀ। ਗੁਰਮੁਖ ਬਿਰਲਾ ਬੂਝੈ ਕੋਈ। ਕੋਈ ਬਿਰਲਾ ਮਨੁੱਖ ਗੁਰੂ ਜੀ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ਜੀ। ਕਰ ਕਿਰਪਾ ਰਾਖੋ ਰਖਵਾਲੇ। ਹੇ ਰੱਖਣਹਾਰ ਪ੍ਰਭੂ ਜੀ, ਮਿਹਰ ਕਰ ਤੇ ਜੀਵਾਂ ਨੂੰ ਖਹਿ ਖਹਿ ਤੋਂ ਤੂੰ ਆਪ ਬਚਾ ਲੈ ਜੀ। ਬਿਨ ਬੂਝੇ ਪਸ਼ੂ ਭਏ ਬੇਤਾਲੇ। ਗੁਰੂ ਜੀ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾਂ ਜੀਵ ਪਸ਼ੂ ਸੁਭਾਵ ਬਣ ਰਹੇ ਹਨ, ਭੂਤਨੇ ਹੋ ਰਹੇ ਹਨ ਜੀ। ਗੁਰ ਕਹਿਆ ਵਰ ਨਹੀਂ ਦੂਜਾ। ਮੈਨੂੰ ਸਤਿਗੁਰੂ ਜੀ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਜੀ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਹੈ ਜੀ। ਕਿਸ ਕਹੋ ਦੇਖ ਕਰੂੰ ਅਨਪੂਜਾ। ਦੱਸੋ ਮੈਂ ਕਿਸ ਨੂੰ ਉਸ ਵਰਗਾ ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ ਜੀ। ਸੰਤ ਹੇਤ ਪ੍ਰਭ ਤੇਰੇ ਭਵਨ ਧਾਰੇ। ਪਰਮਾਤਮਾ ਜੀ ਨੇ ਮਨੁੱਖ ਨੂੰ ਸੰਤ ਬਣਾਉਣ ਲਈ ਇਹ ਸ੍ਰਿਸ਼ਟੀ ਰਚੀ ਹੈ ਜੀ। ਆਤਮ ਚੀਨੈ ਸੋ ਤਤ ਵਿਚਾਰੈ। ਜਿਹੜਾ ਮਨੁੱਖ ਗੁਰੂ ਜੀ ਦੀ ਸ਼ਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ਜੀ। ਸਾਚ ਰਿਦੇ ਸੱਚ ਪ੍ਰੇਮ ਨਿਵਾਸ। ਗੁਰੂ ਜੀ ਦਾ ਦੀਦਾਰ ਕਰਕੇ ਹੀ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ। ਪਰਮਾਤਮਾ ਜੀ ਦਾ ਪਿਆਰ ਹਿਰਦੇ ਵਿੱਚ ਟਿਕਾਉਂਦਾ ਹੈ ਜੀ। ਪ੍ਰਣਵਤ ਨਾਨਕ ਹਮ ਤਾਂ ਕੇ ਦਾਸ। ਨਾਨਕ ਜੀ ਬੇਨਤੀ ਕਰਦੇ ਹਨ ਕਿ ਮੈਂ ਵੀ ਉਸ ਗੁਰੂ ਜੀ ਦਾ ਦਾਸ ਹਾਂ ਜੀ। ਗੌੜੀ ਮਹੱਲਾ ਪਹਿਲਾ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਇਹ ਪਾਵਨ ਪਵਿੱਤਰ ਬਾਣੀ ਹੈ, ਜਿਸ ਦੀਆਂ ਵਿਚਾਰਾਂ ਚੱਲ ਰਹੀਆਂ ਹਨ ਜੀ। ਬ੍ਰਹਮੇ ਗਰਭ ਕੀਆ ਨਹੀਂ ਜਾਣਿਆ। ਬ੍ਰਹਮਾ ਜੀ ਨੇ ਅਹੰਕਾਰ ਕੀਤਾ ਕਿ ਮੈਂ ਇਤਨਾ ਵੱਡਾ ਹਾਂ, ਮੈਂ ਕਮਲ ਦੀ ਨਾਭੀ ਵਿੱਚੋਂ ਕਿਵੇਂ ਜੰਮ ਸਕਦਾ ਹਾਂ। ਉਸਨੇ ਪਰਮਾਤਮਾ ਜੀ ਦੀ ਬੇਅੰਤਤਾ ਨੂੰ ਨਹੀਂ ਸਮਝਿਆ ਜੀ। ਵੇਦ ਕੀ ਬਿਪਤ ਪੜੀ ਪਛਤਾਨਿਆ। ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ ਵੇਦਾਂ ਦੇ ਚੁਰਾਏ ਜਾਣ ਦੀ ਬਿਪਤਾ ਉਸ ਉੱਤੇ ਆ ਪਈ ਤਾਂ ਉਹ ਪਛਤਾਇਆ ਕਿ ਮੈਂ ਆਪਣੇ ਆਪ ਨੂੰ ਵਿਅਰਥ ਹੀ ਇਤਨਾ ਵੱਡਾ ਸਮਝਿਆ ਹੈ ਜੀ। ਜੈ ਪ੍ਰਭ ਸਿਮਰੈ ਤਹੀਂ ਮਨ ਮਾਨਿਆ। ਜਦੋਂ ਉਸ ਬਿਪਤਾ ਵੇਲੇ ਉਸਨੇ ਪਰਮਾਤਮਾ ਜੀ ਨੂੰ ਸਿਮਰਿਆ ਤੇ ਪਰਮਾਤਮਾ ਜੀ ਨੇ ਉਸ ਦੀ ਸਹਾਇਤਾ ਕੀਤੀ, ਤਦੋਂ ਉਸ ਨੂੰ ਯਕੀਨ ਆਇਆ ਕਿ ਪਰਮਾਤਮਾ ਹੀ ਸਭ ਤੋਂ ਵੱਡਾ ਹੈ ਜੀ। ਐਸਾ ਗਰਭ ਬੁਰਾ ਸੰਸਾਰੇ। ਜਗਤ ਵਿੱਚ ਹੰਕਾਰ ਇੱਕ ਐਸਾ ਵਿਕਾਰ ਹੈ ਜੋ ਬਹੁਤ ਭੈੜਾ ਹੈ। ਵੱਡੇ ਵੱਡੇ ਅਖਵਾਣ ਵਾਲੇ ਵੀ ਜਦੋਂ ਹੰਕਾਰ ਦੇ ਟਹੇ ਚੜੇ ਤਾਂ ਬਹੁਤ ਖੁਆਰ ਹੋਏ ਜੀ। ਜਿਸ ਗੁਰ ਮਿਲੇ ਤਿਸ ਗਰਭ ਨਿਵਾਰੈ ਰਹਾਓ। ਜਿਸ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਜੀ ਉਸ ਦਾ ਹੰਕਾਰ ਦੂਰ ਕਰ ਦਿੰਦੇ ਹਨ ਜੀ। ਬਲ ਰਾਜਾ ਮਾਇਆ ਅਹੰਕਾਰੀ। ਰਾਜੇ ਬਲ ਨੂੰ ਮਾਇਆ ਦਾ ਮਾਣ ਹੋ ਗਿਆ ਸੀ ਜੀ। ਜਗਨ ਕਰੇ ਬਹੁ ਭਾਰ ਅਫਾਰੀ। ਉਸਨੇ ਬੜੇ ਜੱਗ ਕੀਤੇ, ਅਹੰਕਾਰ ਨਾਲ ਬਹੁਤ ਆਫਰਿਆ। ਇੰਦਰ ਦਾ ਸਿੰਘਾਸਣ ਖੋਹਣ ਲਈ ਉਸਨੇ 7100 ਜੱਗ ਕੀਤੇ। ਜੇ ਅਖੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ ਤੇ ਇੰਦਰ ਦਾ ਰਾਜ ਖੋਹ ਲੈਂਦਾ। ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਆ ਗਿਆ। ਬਲ ਦੇ ਗੁਰੂ ਸ਼ੁਕਰ ਨੇ ਬਲ ਨੂੰ ਸਮਝਾਇਆ ਕਿ ਇਹ ਛਲ ਹੈ, ਇਸ ਵਿੱਚ ਨਾ ਫਸੀ ਜੀ। ਹੁਣ ਅੱਗੇ ਬਖਸ਼ਿਸ਼ ਕਰਦੇ ਹਨ ਜੀ। ਬਿਨ ਗੁਰ ਪੁੱਛੇ ਜਾਏ ਪਿਆਰੀ। ਪਰ ਮਾਇਆ ਦੇ ਮਾਣ ਵਿੱਚ ਆਪਣੇ ਗੁਰੂ ਜੀ ਦੀ ਸਲਾਹ ਲੈਣ ਤੋਂ ਬਿਨਾਂ ਉਸਨੇ ਬ੍ਰਾਹਮਣ ਰੂਪ ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ ਤੇ ਪਾਤਾਲ ਵਿੱਚ ਚਲਿਆ ਗਿਆ ਜੀ। ਹਰੀ ਚੰਦ ਦਾਨ ਕਰੇ ਜਸ ਲੇਵੈ। ਰਾਜਾ ਹਰੀ ਚੰਦ ਵੀ ਦਾਨ ਕਰਦਾ ਸੀ। ਦਾਨ ਦੀ ਸ਼ੋਭਾ ਵਿੱਚ ਹੀ ਮਸਤ ਰਿਹਾ ਜੀ।
ਬਿਨ ਗੁਰ ਅੰਤ ਨ ਪਾਏ ਅਭੇਵੈ। ਗੁਰੂ ਜੀ ਤੋਂ ਬਿਨਾਂ ਉਹ ਵੀ ਇਹ ਨਾ ਸਮਝ ਸਕਿਆ ਕਿ ਪਰਮਾਤਮਾ ਜੀ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ। ਉਸ ਦੀ ਸ੍ਰਿਸ਼ਟੀ ਵਿੱਚ ਬੇਅੰਤ ਦਾਨੀ ਹਨ ਜੀ। ਆਪ ਭੁਲਾਏ ਆਪੇ ਮਤ ਦੇਵੈ। ਪਰ ਜੀਵ ਦੇ ਕੀ ਬਸ, ਪਰਮਾਤਮਾ ਜੀ ਆਪ ਭੁਲਾਉਂਦਾ ਹੈ ਅਤੇ ਆਪ ਹੀ ਅਕਲ ਦਿੰਦਾ ਹੈ ਜੀ। ਦੁਰਮਤ ਹਰਨਾਖਸ਼ ਦੁਰਾਚਾਰੀ। ਭੈੜੀ ਮੱਤ ਦੇ ਕਾਰਨ ਹਰਨਾਕਸ਼ ਦੁਰਾਚਾਰੀ ਹੋ ਗਿਆ, ਅਤਿਆਚਾਰ ਕਰਨ ਲੱਗ ਪਿਆ ਜੀ। ਪ੍ਰਭ ਨਾਰਾਇਣ ਗਰਭ ਪ੍ਰਹਾਰੀ। ਪਰ ਨਾਰਾਇਣ ਪ੍ਰਭੂ ਜੀ ਆਪ ਹੀ ਅਹੰਕਾਰੀਆਂ ਦਾ ਹੰਕਾਰ ਦੂਰ ਕਰਨ ਵਾਲਾ ਹੈ ਜੀ। ਪ੍ਰਹਿਲਾਦ ਉਦਾਰੇ ਕਿਰਪਾ ਧਾਰੀ। ਉਸਨੇ ਮਿਹਰ ਕੀਤੀ ਤੇ ਪ੍ਰਹਿਲਾਦ ਦੀ ਰੱਖਿਆ ਕੀਤੀ, ਹਰਨਾਕਸ਼ ਦਾ ਮਾਣ ਤੋੜਿਆ ਜੀ। ਭੁੱਲੋ ਰਾਵਣ ਮੁਗਧ ਚੇਤ। ਮੂਰਖ ਰਾਵਣ ਬੇਸਮਝੀ ਵਿੱਚ ਕੁਰਾਹੇ ਪੈ ਗਿਆ ਜੀ। ਲੁੱਟੀ ਲੰਕਾ ਸੀਸ ਸਮੇਤ। ਸਿੱਟਾ ਇਹ ਨਿਕਲਿਆ ਕਿ ਉਸ ਦੀ ਲੰਕਾ ਲੁੱਟੀ ਗਈ ਤੇ ਉਸ ਦਾ ਸਿਰ ਵੀ ਕੱਟਿਆ ਗਿਆ ਜੀ। ਗਰਭ ਗਿਆ ਬਿਨ ਸਤਿਗੁਰ ਹੇਤ। ਹੰਕਾਰ ਦੇ ਕਾਰਨ ਗੁਰੂ ਜੀ ਦੀ ਸ਼ਰਨ ਪੈਣ ਤੋਂ ਬਿਨਾਂ ਹੰਕਾਰ ਦੇ ਮੱਧ ਵਿੱਚ ਹੀ ਰਾਵਣ ਤਬਾਹ ਹੋਇਆ ਜੀ। ਸਹਿਸ ਬਾਹੂ ਮੱਧ ਕੀਟ ਮੈਂ ਖਾਸਾ। ਸਹਿਸ ਬਾਹੂ ਨੂੰ ਪਰਸਰਾਮ ਨੇ ਮਾਰਿਆ, ਮੱਧ ਤੇ ਕੈਟਵ ਨੂੰ ਵਿਸ਼ਨੂੰ ਨੇ ਮਾਰ ਦਿੱਤਾ। ਮੈਂ ਖਾਸੁਰ ਦੁਰਗਾ ਦੇ ਹੱਥੋਂ ਮਾਰਿਆ ਗਿਆ ਜੀ। ਹਰਨਾਕਸ਼ ਲੈ ਨਖੋਂ ਵਿਧਾਸਾ। ਇਹਦਾ ਅਰਥ ਇਹ ਹੈ ਕਿ ਹਰਨਾਕਸ਼ ਨੂੰ ਨਰਸਿੰਘ ਨੇ ਨੋਹਾਂ ਨਾਲ ਮਾਰ ਦਿੱਤਾ ਜੀ। ਦੈਤ ਸੰਘਾਰੇ ਬਿਨ ਭਗਤ ਅਭਿਆਸਾ। ਇਹ ਸਾਰੇ ਦੈਂਤ ਪ੍ਰਭੂ ਜੀ ਦੀ ਭਗਤੀ ਦੇ ਅਭਿਆਸ ਤੋਂ ਵਾਂਝੇ ਰਹਿਣ ਕਰਕੇ ਆਪਣੀ ਮੂਰਖਤਾ ਦੀ ਸਜ਼ਾ ਭੁਗਤਦੇ ਮਾਰੇ ਗਏ ਜੀ। ਜਰਾਸੰਧ ਕਾਲ ਜਮਨ ਸੰਘਾਰੇ। ਜਰਾਸੰਧ ਤੇ ਕਾਲ ਜਮਨ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਗਏ ਜੀ। ਰਕਤ ਬੀਜ ਕਾਲ ਨੇਮ ਬਿਦਾਰੇ। ਰਕਤ ਬੀਜ ਦੁਰਗਾ ਦੇ ਹੱਥੋਂ ਮਾਰਿਆ ਗਿਆ, ਕਾਲ ਨੇਮ ਵਿਸ਼ਨੂੰ ਦੇ ਹੱਥੋਂ ਤਰਸੂਲ ਨਾਲ ਚੀਰਿਆ ਗਿਆ। ਇਹਨਾਂ ਹੰਕਾਰੀਆਂ ਨੂੰ ਇਹਨਾਂ ਦੇ ਹੰਕਾਰ ਨੇ ਹੀ ਲੈ ਲਿਆ ਜੀ। ਦੈਤ ਸੰਘਾਰ ਸੰਤ ਨਿਸਤਾਰੇ। ਪਰਮਾਤਮਾ ਜੀ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ ਜੀ। ਆਪੇ ਸਤਿਗੁਰ ਸ਼ਬਦ ਵਿਚਾਰੇ। ਇਸ ਸਾਰੀ ਖੇਡ ਦਾ ਮਾਲਕ ਪਰਮਾਤਮਾ ਜੀ ਆਪ ਹੀ ਗੁਰੂ ਰੂਪ ਹੋ ਕੇ ਆਪਣੀ ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰਦਾ ਹੈ ਜੀ।